क्योंकि अल्टीमेटली जे उदों इहदी इन्वैस्टिगेशन प्रॉपरली कीती हुंदी ते सानू 2015 वाला जिहड़ा कांड आ वो नहीं सी देखना पैना। बंदा क्राइम करदा जदों उहनूं सज़ा नहीं मिलदी और फिर वो हौसले हौली हौली उहदे वधण लग पैंदे आ। पर जिहड़ी सीक्वेंस आ वो बड़ी क्लीयर हैगी आ भी प्योरली वोटां लैण करके ते इस गल नूं वरतिया गया। ਤੇ ਜਿਹੜੀ ਸਾਡੀ ਸਰਕਾਰ ਵੀ ਕੋਈ ਗਲਤੀਆਂ ਕਰਦੀ ਆ मैं तो वो भी कह दिंदा हुन्ना भी आह गल गलत हैगी आ गल ठीक हैगी आ। ਅਕਾਲੀ ਦਲ ਦੇ ਵਿੱਚ ਰਹਿੰਦੇ ਇਸ ਮੁੱਦੇ ਤੇ ਸਵਾਲ ਨਹੀਂ ਖੜੇ ਕੀਤੇ ਤੁਸੀਂ ਆਪਣੇ ਪ੍ਰਧਾਨ ਨੂੰ? ਮੈਂ ਸਮਝਦਾ ਕਈ ਟਟਪੁੰਜੀਏ ਲੀਡਰ ਹੈਗੇ ਆ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ। ਸਾਡੇ 80 MLA ਆ ਨਾ, ਮੈਂ 80 ਚੋਂ ਇੱਕ ਆ ਨਾ। ਤੇ ਉਹਨਾਂ ਦਾ ਵੀ ਸਮਾਂ ਬੀਤ ਗਿਆ, ਤੁਹਾਡੀ ਸਰਕਾਰ ਨੂੰ ਵੀ 3.5 ਸਾਲ ਹੋ ਗਏ ਨੇ, ਪਰ ਅਜੇ ਤੱਕ ਵੀ ਇਹ ਮਾਮਲਾ ਲਮਕਿਆ ਪਿਆ। ਇਹਦੇ ਵਿੱਚ ਕੋਈ ਜਿਹੜੇ ਮੈਂ ਕਹਿੰਦਾ ਨਹੀਂ ਲਮਕਣਾ ਚਾਹੀਦਾ। ਗੁਰਮੀਤ ਰਾਮ ਰਹੀਮ ਇਸ ਨਾਂ ਦਾ ਜ਼ਿਕਰ ਜਦੋਂ ਵੀ ਹੋਇਆ ਤਾਂ ਪੰਜਾਬ ਦੀ ਸਿਆਸਤ ਗਰਮਾਈ ਤੇ ਸਭ ਤੋਂ ਵੱਧ ਇਲਜ਼ਾਮ ਲੱਗੇ ਸ਼੍ਰੋਮਣੀ ਅਕਾਲੀ ਦਲ ਤੇ। ਅੱਜ ਵੀ ਕਾਂਗਰਸੀ ਵਿਧਾਇਕ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਦੇ ਵੱਲੋਂ ਕੁਝ ਸਵਾਲ ਖੜੇ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ। ਸਾਡੇ ਨਾਲ ਪ੍ਰਗਟ ਸਿੰਘ ਨੇ। ਪ੍ਰਗਟ ਸਿੰਘ ਜੀ, ਤੁਹਾਡਾ ਪਹਿਲਾਂ ਤਾਂ ਹਮਦਰ ਤਾਰੀਫ ਤੇ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਥੈਂਕ ਯੂ। ਇਲਜ਼ਾਮਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਪ੍ਰਗਟ ਸਿੰਘ ਜੀ। ਲੋਕ ਕਾਰਵਾਈ ਚਾਹੁੰਦੇ ਨੇ, ਲੋਕ ਕਹਿੰਦੇ ਨੇ ਵੀ ਬਹੁਤ ਸਾਲ ਹੋ ਗਏ, ਬਹੁਤ ਸਾਰੇ ਦਾਅਵੇ ਕੀਤੇ, ਵਾਅਦੇ ਕੀਤੇ ਕਾਂਗਰਸ ਦੇ ਵੱਲੋਂ, ਪਰ ਅਜੇ ਤੱਕ ਵਫਾ ਨਹੀਂ ਹੋਏ। ਇਹ ਜਿਹੜਾ ਮਾਮਲਾ ਹੈ ਹੁਣ ਵੀ ਬੜਾ ਸੈਂਸਿਟਿਵ ਮੁੱਦਾ ਹੈ, ਇਹਦੇ ਉੱਤੇ ਤੁਸੀਂ ਲਗਾਤਾਰ ਆਵਾਜ਼ ਚੁੱਕ ਰਹੇ ਹੋ, ਪਰ ਸਿੱਟੇ ਤੇ ਕਿਉਂ ਨਹੀਂ ਪਹੁੰਚ ਰਹੇ? ਦੇਖੋ ਦੋਸਤ, ਮੈਂ ਕੋਈ ਇਲਜ਼ਾਮ ਨਹੀਂ ਕਿਸੇ ਤੇ ਲਾਉਂਦਾ, ਮੈਂ ਤੇ ਇਹਦੀ ਸੀਕੁਐਂਸ ਨੂੰ ਦੇਖਦਾ ਕਿ 2007 ਦੇ ਵਿੱਚ ਜਿਹੜਾ ਇਹ ਬਾਬੇ ਰਾਮ ਰਹੀਮ ਨੇ ਸਵਾਂਗ ਰਚਿਆ ਸੀਗਾ ਤੇ ਇਹਦੇ ਤੇ ਪਰਚਾ ਦਰਜ ਹੋਇਆ ਸੀ ਤੇ ਉਦੋਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਤੇ ਹੋਮ ਮਿਨਿਸਟਰ ਸੀਗੇ। 2009 'ਚ ਸਰਦਾਰ ਸੁਖਬੀਰ ਸਿੰਘ ਬਾਦਲ ਬਣ ਗਿਆ ਹੋਮ ਮਿਨਿਸਟਰ। 2012 ਦੀਆਂ ਇਲੈਕਸ਼ਨਾਂ 'ਚੋਂ 2-3 ਦਿਨ ਪਹਿਲਾਂ ਇਹਦੀ ਕੈਂਸਲੇਸ਼ਨ ਤੇ 2014 'ਚ ਫਿਰ ਜਾ ਕੇ, ਕਿਉਂਕਿ ਚੈਲੰਜ ਹੋਇਆ ਸੀ, 2014 'ਚ ਅਲਟੀਮੇਟਲੀ ਉਹ ਐਕਸੈਪਟ ਹੋ ਗਈ। ਕਿਉਂਕਿ ਅਲਟੀਮੇਟਲੀ ਜੇ ਉਦੋਂ ਇਹਦੀ ਇਨਵੈਸਟੀਗੇਸ਼ਨ ਪ੍ਰੋਪਰਲੀ ਕੀਤੀ ਹੁੰਦੀ ਤੇ ਸਾਨੂੰ 2015 ਵਾਲਾ ਜਿਹੜਾ ਕਾਂਡ ਆ ਉਹ ਨਹੀਂ ਸੀ ਦੇਖਣਾ ਪੈਣਾ। ਕਿਉਂਕਿ ਅਸੀਂ ਉਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਤੇ ਹੌਲੀ ਹੌਲੀ ਹੌਸਲੇ, ਜਦੋਂ ਕੋਈ ਵੀ ਬੰਦਾ ਕ੍ਰਾਈਮ ਕਰਦਾ ਜਦੋਂ ਉਹਨੂੰ ਸਜ਼ਾ ਨਹੀਂ ਮਿਲਦੀ ਔਰ ਫਿਰ ਉਹ ਹੌਸਲੇ ਹੌਲੀ ਹੌਲੀ ਉਹਦੇ ਵਧਣ ਲੱਗ ਪੈਂਦੇ। ਤੇ ਜੇ ਉਦੋਂ ਇਹ ਕੀਤਾ ਹੁੰਦਾ ਤੇ ਇਹ ਤਾਂ ਹੁਣ ਅਕਾਲੀ ਦਲ ਨੂੰ ਆਨਸਰ ਕਰਨਾ ਚਾਹੀਦਾ ਵੀ ਹਾਂ ਵੀ ਇਹਦੇ ਪਿੱਛੇ ਕੀ ਕਾਰਨ ਹੈਗੇ ਆ। ਪਰ ਜਿਹੜੀ ਸੀਕੁਐਂਸ ਆ ਉਹ ਬੜੀ ਕਲੀਅਰ ਹੈਗੀ ਆ ਵੀ ਪਿਓਰਲੀ ਵੋਟਾਂ ਲੈਣ ਕਰਕੇ ਤੇ ਇਸ ਗੱਲ ਨੂੰ ਵਰਤਿਆ ਗਿਆ। ਪਰ ਇਹ ਨਾ ਕੰਮ ਕਰੀਏ, ਕਿਉਂਕਿ ਮੈਂ ਪੋਲੀਟੀਕਲ ਪਾਰਟੀਆਂ ਨੂੰ, ਤੁਹਾਨੂੰ ਵੀ ਪਤਾ ਵੀ ਮੈਂ ਤਾਂ ਪੋਲੀਟੀਕਲ ਪਾਰਟੀਆਂ ਤੋਂ ਉੱਤੇ ਉੱਠ ਕੇ ਬੋਲਦਾ ਹੁੰਨਾ ਤੇ ਜਿਹੜੀ ਸਾਡੀ ਸਰਕਾਰ ਵੀ ਕੋਈ ਗਲਤੀਆਂ ਕਰਦੀਆਂ ਮੈਂ ਤਾਂ ਉਹ ਵੀ ਕਹਿ ਦਿੰਦਾ ਹੁੰਨਾ ਵੀ ਆਹ ਗੱਲ ਗਲਤ ਹੈਗੀ ਆ, ਗੱਲ ਠੀਕ ਹੈਗੀ ਆ। ਤੇ ਸਾਨੂੰ ਉਹਦੇ ਤੋਂ ਉੱਤੇ ਉੱਠ ਕੇ ਸਾਨੂੰ ਇਹਨਾਂ ਚੀਜ਼ਾਂ ਤੇ ਸਿਆਸਤ ਨਹੀਂ ਕਰਨੀ ਚਾਹੀਦੀ, ਸਾਨੂੰ ਇਹਦੇ ਤੇ ਉੱਠ ਕੇ ਪਹਿਰਾ ਦੇਣਾ ਚਾਹੀਦਾ। ਪ੍ਰਗਟ ਜੀ, ਤੁਸੀਂ ਕਿਹਾ ਵੀ 2012 ਦੇ ਵਿੱਚ, 2014 ਦੀਆਂ ਇਲੈਕਸ਼ਨਾਂ ਹੋਣ, 2017 ਦੀਆਂ ਹੋਣ, ਅਕਾਲੀ ਦਲ ਦੇ ਵੱਲੋਂ ਵੋਟਾਂ ਦੀ ਰਾਜਨੀਤੀ ਕੀਤੀ ਗਈ। ਇਸ ਮੁੱਦੇ ਨੂੰ ਲੈ ਕੇ ਡੇਰਾ ਸਮਰਥਕਾਂ ਦਾ ਪੱਖ ਲਿਆ, ਵੋਟਾਂ ਲਈਆਂ ਉਹਨਾਂ ਤੋਂ। ਤੁਸੀਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਸੀ। ਲੋਕ ਤੁਹਾਨੂੰ ਹੁਣ ਜਿਹੜੀ ਤੁਹਾਡੀ ਤਸਵੀਰ ਕਾਂਗਰਸ ਦੇ ਵਿੱਚ ਆ ਕੇ ਵੀ ਸੈਲਫ ਗੋਲ ਕਰਨ ਲੱਗੇ ਵੀ ਨਹੀਂ ਦੇਖਦੇ, ਜੇ ਆਵਾਜ਼ ਬੁਲੰਦ ਕਰਨੀ ਹੋਵੇ ਕਿਤੇ ਵੀ, ਜਿਸ ਤਰੀਕੇ ਦੇ ਨਾਲ ਤੁਸੀਂ ਪਿਛਲੇ ਦਿਨੀ ਵੀ CM ਸਾਹਿਬ ਨੂੰ ਚਿੱਠੀਆਂ ਲਿਖੀਆਂ। ਅਕਾਲੀ ਦਲ ਦੇ ਵਿੱਚ ਰਹਿੰਦੇ ਇਸ ਮੁੱਦੇ ਤੇ ਸਵਾਲ ਨਹੀਂ ਖੜੇ ਕੀਤੇ ਤੁਸੀਂ ਆਪਣੇ ਪ੍ਰਧਾਨ ਨੂੰ? ਨਹੀਂ, ਸਾਨੂੰ ਉਦੋਂ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ, ਕਿਉਂਕਿ ਇਹ ਕਦੀ ਇਸ਼ੂ ਸਾਹਮਣੇ ਨਹੀਂ ਆਇਆ। ਕਿਉਂਕਿ ਅਲਟੀਮੇਟਲੀ ਇੱਕ MLA ਨੂੰ ਕਦੋਂ ਕੌਣ ਦੱਸਦਾ ਹੈਗਾ। ਅੱਜ ਵੀ ਮੈਂ ਉਹੀ ਗੱਲ ਕਰਦਾ, ਸੈਲਫ ਗੋਲ ਉਹ ਹੁੰਦਾ ਜਿਹੜਾ ਆਪ ਕੀਤਾ ਹੋਇਆ ਹੋਵੇ। ਇਹ ਸੈਲਫ ਗੋਲ ਨਹੀਂ ਹੁੰਦਾ। ਡੈਮੋਕ੍ਰੇਸੀ ਉਹਨੂੰ ਕਹਿੰਦੇ ਆ ਵੀ ਜਿਹੜਾ ਲੋਕਾਂ ਦੀ ਗੱਲ ਨੂੰ ਤੁਸੀਂ ਸਰਕਾਰ ਤੱਕ ਪਹੁੰਚਾ ਸਕੋ। ਇਹ ਕਈ, ਮੈਂ ਸਮਝਦਾ ਕਈ ਟਟਪੁੰਜੀਏ ਲੀਡਰ ਹੈਗੇ ਆ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ, ਲੇਕਿਨ ਇਦਾਂ ਦੀਆਂ ਗੱਲਾਂ ਯਾਰ ਤੁਹਾਨੂੰ ਵੀ ਸ਼ੋਭਾ ਨਹੀਂ ਦਿੰਦੀਆਂ। ਰਿਐਲਿਟੀ ਇਹ ਆ, ਮੈਂ ਤੁਹਾਨੂੰ ਦੱਸਾਂ, ਕਿਉਂਕਿ ਮੈਂ ਕਦੀ ਵੀ ਉਹ ਚੀਜ਼, ਮੈਂ ਪੰਜਾਬ ਲਈ ਖੜ੍ਹਾ, ਮੈਂ ਕਿਸੇ ਪਾਰਟੀ ਤੋਂ ਪੱਧਰ ਤੋਂ ਉੱਤੇ ਉੱਠ ਕੇ ਪੰਜਾਬ ਲਈ ਖੜ੍ਹਦਾ। ਚਾਹੇ ਉਹ ਅਕਾਲੀ ਦਲ ਦੀ ਸਰਕਾਰ ਸੀ, ਲੜਾਈ ਉਹਨਾਂ ਨਾਲ ਵੀ ਰਹੀ ਆ, ਕਾਂਗਰਸ ਦੀ ਨਾਲ ਵੀ ਹੈਗੀ ਆ, ਠੀਕ ਹੈ ਨਾ। ਪਰ ਜੇ ਨਹੀਂ ਕਰਾਂਗੇ ਤਾਂ ਫਿਰ ਤਾਂ ਤੁਸੀਂ ਵੀ ਮੈਨੂੰ ਉਸ ਕਲਾਸ 'ਚ ਹੀ ਗਿਣੋਗੇ। ਤੇ ਜੇ ਮੈਂ ਕਹਿਣਾ ਤੇ ਫਿਰ ਤੁਸੀਂ ਕਹੀ ਜਾਂਦੇ ਆ ਵੀ ਮੈਂ ਸੈਲਫ ਗੋਲ ਕਰਦਾ। ਤੇ ਮੈਨੂੰ ਦੱਸ ਦਿਓ, ਮੈਨੂੰ ਸਮਝਾ ਵੀ ਦਿਓ ਵੀ ਸੈਲਫ ਗੋਲ ਹੈ ਕਿੱਦਾਂ। ਲਗਾਤਾਰ ਸਵਾਲ ਮੇਰਾ ਇਸੇ ਕਰਕੇ ਹੈ ਜੀ, ਤੁਹਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ? ਜੇ ਤੁਸੀਂ ਚਿੱਠੀਆਂ ਲਿਖ ਰਹੇ ਹੋ CM ਸਾਹਿਬ ਨੂੰ, ਸਮੇਂ-ਸਮੇਂ ਦੇ ਉੱਤੇ ਆਵਾਜ਼ ਵੀ ਲਾਉਂਦੇ ਹੋ, ਜਿਹੜਾ ਬੰਦਾ ਤੁਹਾਡੀ ਪਾਰਟੀ ਦੇ ਵਿੱਚ ਕੋਈ ਸਵਾਲ ਚੁੱਕਦਾ ਉਸ ਬੰਦੇ ਨੂੰ ਜਾਂ ਤਾਂ ਇਗਨੋਰ ਕਰ ਦਿੱਤਾ ਜਾਂਦਾ। ਜੇ ਨਵਜੋਤ ਸਿੰਘ ਸਿੱਧੂ ਦਾ ਮੈਟਰ ਦੇਖੀਏ, ਉਹਦੇ ਵਿੱਚ ਵੀ ਇਦਾਂ ਹੀ ਹੋਇਆ। ਸਾਡੇ 80 MLA ਆ ਨਾ, ਮੈਂ 80 ਚੋਂ ਇੱਕ ਆ ਨਾ। ਮੈਂ ਕੋਈ 79 ਦਾ ਤਾਂ ਭਾਰ ਨਹੀਂ ਚੱਕ ਸਕਦਾ, ਮੈਂ ਤਾਂ ਆਪਣਾ ਹੀ ਚੱਕ ਸਕਦਾ ਨਾ। ਮੈਂ ਆਪਣੀ ਗੱਲ ਕਹਿ ਸਕਦਾ ਤੇ ਮੈਂ ਕਹਿਣੀ ਵੀ ਹੈ ਤੇ ਕਹਿੰਦਾ ਰਹੂੰਗਾ ਵੀ ਜਿੰਨਾ ਚਿਰ ਇਸ ਸਿਸਟਮ 'ਚ ਰਹੂੰਗਾ ਉਨਾ ਚਿਰ ਕਹੂੰਗਾ ਜ਼ਰੂਰ।
ਕਿਉਂਕਿ ਨਹੀਂ ਸੁਣਨੀ, ਕਿਉਂਕਿ ਅਲਟੀਮੇਟਲੀ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਥੰਮ ਹੋ। ਤੁਹਾਡੀ ਆਵਾਜ਼ ਤਿੰਨੇ ਥੰਮਾਂ ਨੂੰ ਕਿਤੇ ਨਾ ਕਿਤੇ ਜਾ ਕੇ ਟੱਚ ਕਰਦੀ ਆ, ਲੋਕਾਂ ਨੂੰ ਟੱਚ ਕਰਦੀ ਆ, ਤੇ ਉਹਦੇ ਨਾਲ ਹੀ ਡੈਮੋਕ੍ਰੇਸੀ ਜਿਹੜੀ ਚੱਲਦੀ ਆ। ਜਦੋਂ ਤੁਸੀਂ ਇਹ ਗੱਲ ਕਨਵੇ ਕਰੋਗੇ ਲੋਕਾਂ ਦੇ ਵਿੱਚ, ਤੇ ਅਲਟੀਮੇਟਲੀ ਫਿਰ ਲੋਕ ਓਪੀਨੀਅਨ ਬਣਾਉਣਗੇ, ਲੋਕ ਫਿਰ ਫਤਵਾ ਵੀ ਦਿੰਦੇ ਆ। ਸੋ ਇਸ ਕਰਕੇ ਇਟ ਇਜ਼ ਅ ਪਾਰਟ ਆਫ ਡੈਮੋਕ੍ਰੇਸੀ। ਉਹਨਾਂ ਦਾ ਵੀ ਸਮਾਂ ਬੀਤ ਗਿਆ, ਤੁਹਾਡੀ ਸਰਕਾਰ ਨੂੰ ਵੀ 3-3.5 ਸਾਲ ਹੋ ਗਏ ਨੇ, ਪਰ ਅਜੇ ਤੱਕ ਵੀ ਇਹ ਮਾਮਲਾ ਲਮਕਿਆ ਪਿਆ ਹੈ। ਇਹਦੇ ਵਿੱਚ ਕੋਈ ਜਿਹੜੇ ਮੈਂ ਕਹਿੰਦਾ ਨਹੀਂ ਲਮਕਣਾ ਚਾਹੀਦਾ। ਸਾਨੂੰ ਇਮੀਡੀਏਟਲੀ ਜੋ ਵੀ ਰੈਮੇਡੀ ਅਸੀਂ ਲੈ ਸਕਦੇ ਆ ਸਾਨੂੰ ਲੈਣੀ ਚਾਹੀਦੀ ਆ। ਸਾਨੂੰ, ਮੈਂ ਨਹੀਂ ਕਦੀ ਕਿਸੇ ਨੂੰ ਕਹਿੰਦਾ ਵੀ ਫਲਾਨਾ ਬੰਦਾ, ਕਿਉਂਕਿ ਜਿੰਨਾ ਚਿਰ, ਕਿਉਂਕਿ ਸਾਡਾ ਲਾਅ ਆਫ ਲੈਂਡ ਹੈਗਾ, ਇਹਦਾ ਪ੍ਰੋਸੈਸ ਹੋਣਾ ਚਾਹੀਦਾ, ਪ੍ਰੋਸੈਸ ਹੋ ਕੇ ਪਰ ਇਹਦੇ ਰਿਜ਼ਲਟ ਨਿਕਲਣੇ ਚਾਹੀਦੇ ਆ। ਮੈਂ ਤਾਂ ਉਹਦੀ ਉਮੀਦ ਰੱਖਦਾ ਵੀ ਰਿਜ਼ਲਟ ਕੱਢ ਕੇ ਤੁਸੀਂ ਗਾਂਹ ਤੁਰੋਗੇ। ਜੇ ਤੁਸੀਂ ਉਹਨੂੰ ਲਮਕਾਈ ਜਾਓਗੇ, ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧ ਨਹੀਂ ਸਕਦੇ। ਜਦੋਂ ਤੁਹਾਡੇ ਵਿਧਾਇਕਾਂ ਦੀ ਮੀਟਿੰਗ ਹੁੰਦੀ ਹੈ ਸੀਐਮ ਸਾਹਿਬ ਦੇ ਨਾਲ, ਤੁਸੀਂ ਨੋ ਡਾਊਟ ਉਦੋਂ ਵੀ ਮੈਨੂੰ ਲੱਗਦਾ ਸਵਾਲ ਇਦਾਂ ਦੇ ਚੁੱਕਦੇ ਹੋਵੋਗੇ। ਸੀਐਮ ਸਾਹਿਬ ਦਾ ਰਿਸਪੌਂਸ ਕੀ ਰਹਿੰਦਾ ਤੁਹਾਡੇ ਸਵਾਲਾਂ ਤੇ? ਉਹ ਦੇਖਦੇ ਆ ਐਕਚੁਅਲੀ। ਪ੍ਰਗਟ ਸਿੰਘ ਜੀ, ਪਿਛਲੇ 3 ਸਾਲਾਂ ਤੋਂ ਤੁਸੀਂ ਦੇਖ ਕੇ ਸਮਾਂ ਗੁਜ਼ਾਰ ਦੋਗੇ ਤਾਂ ਮੈਨੂੰ ਲੱਗਦਾ ਆਉਣ ਵਾਲਾ 1.5 ਸਾਲ ਜਿਹੜਾ ਰਹਿ ਗਿਆ ਉਹ ਵੀ ਲੰਘ। ਤੁਸੀਂ ਮੈਨੂੰ ਕੋਈ ਦੱਸ ਦਿਓ, ਕੋਈ ਜਿਹੜਾ ਇਹਦੇ 'ਚ ਆਪਾਂ ਰੈਮੇਡੀ ਲੈ ਸਕਦੇ ਹਾਂ, ਤੁਸੀਂ ਸੁਜੈਸਟ ਕਰ ਦਿਓ, ਆਪਾਂ ਉਹ ਕਰ ਲੈਂਦੇ ਆ। ਅਸੀਂ ਤਾਂ ਚੁਣ ਕੇ, ਜਿਹੜੇ ਵੋਟਰਸ ਨੇ ਉਹਨਾਂ ਨੇ ਤਾਂ ਚੁਣ ਕੇ ਤੁਹਾਨੂੰ ਸੀਐਮ ਸਾਹਿਬ ਤੇ ਆਪਣਾ ਨੁਮਾਇੰਦਾ ਬਣਾ ਕੇ ਭੇਜ ਦਿੱਤਾ ਜੀ। ਮਤਲਬ ਮੈਂ ਤਾਂ 80 ਦੇ ਵਿੱਚੋਂ ਇੱਕ ਐਮਐਲਏ ਆ, ਤੇ ਮੈਂ ਉਹ ਕਹਿਣੋਂ ਹਟਦਾ ਨਹੀਂ ਹੈ। ਮੇਰੇ ਕੋਲ ਹੋਰ ਕਿਹੜੀ ਰੈਮੇਡੀ ਹੈਗੀ ਆ? ਮੇਰੇ ਕੋਲ ਹੋਰ ਜਾਂ ਤਾਂ ਕੋਈ ਰੈਮੇਡੀ ਮੈਨੂੰ ਸਮਝਾ ਦਿਓ, ਫਿਰ ਆਪਾਂ ਉਹਦੇ ਤੇ ਪਹਿਰਾ ਦੇ ਲਾਂਗੇ। ਦੇਖੋ, ਇਦੋਂ ਵੱਧ ਡੈਮੋਕ੍ਰੇਸੀ ਦੇ ਵਿੱਚ ਕਿਹਾ ਨਹੀਂ ਜਾ ਸਕਦਾ। ਡੈਮੋਕ੍ਰੇਸੀ ਦੇ ਵਿੱਚ ਮੰਨ ਲਓ ਕਈ ਸਿਰਫ ਸਟੇਟਮੈਂਟਾਂ ਦਿੰਦੇ, ਮੈਂ ਤਾਂ ਇਨ ਰਾਈਟਿੰਗ ਦੇ ਦਿੰਦਾ ਵੀ ਆਹ ਚੀਜ਼ ਕਰਨ ਵਾਲੀ ਹੈਗੀ ਆ, ਇਹਦੇ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸਾਨੂੰ ਖਮਿਆਜਾ ਭੁਗਤਣਾ ਪਊਗਾ। ਸੋ ਇਹ ਚੀਜ਼ਾਂ ਤਾਂ ਮੈਂ ਕਹਿੰਦਾ ਹੈਗਾ ਔਰ ਕਹਿੰਦਾ ਰਹੂੰਗਾ ਜਿੰਨਾ ਚਿਰ ਇਹਦੇ 'ਚ ਰਹੂੰਗਾ। ਪ੍ਰਗਟ ਸਿੰਘ ਜੀ, ਪੋਸ਼ਾਕ ਦਾ ਮਾਮਲੇ ਨੂੰ ਲੈ ਕੇ ਵੀ ਹੁਣ ਰਾਜਨੀਤੀ ਜਿਹੜੀ ਲਗਾਤਾਰ ਗਰਮਾਈ ਸੀਗੀ, ਪਰ ਸਬੂਤ ਨਹੀਂ ਕੋਈ ਆ ਰਿਹਾ। ਗੱਲ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਗੱਲ ਠੱਪ ਹੋ ਜਾਂਦੀ ਹੈ। ਤੁਹਾਡਾ ਕੀ ਸਟੈਂਡ ਹੈ? ਗੱਲ ਛੋਟੇ ਵੀਰ ਗੱਲ ਇਹਦੇ 'ਚ ਸਬੂਤ ਦੀ ਨਹੀਂ ਹੈ, ਗੱਲ ਇਹਦੇ ਵਿੱਚ ਸੀਕੁਐਂਸ ਦੀ ਆ। ਵੀ 2000 ਦੇ ਵਿੱਚ ਸਵਾਂਗ ਰਚਿਆ, 2012 'ਚ ਪਿਓਰਲੀ ਇਲੈਕਸ਼ਨ ਤੋਂ 2-3 ਦਿਨ ਪਹਿਲਾਂ ਉਹਦੀ ਕੈਂਸਲੇਸ਼ਨ ਰਿਪੋਰਟ ਭਰੀ, ਫਿਰ 14 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਉਹ ਬੇਸਿਕਲੀ ਡ੍ਰੌਪ ਹੋਇਆ। ਮੇਰੇ ਤਾਂ ਸਿਰਫ ਕਹਿਣ ਦਾ ਮਤਲਬ ਇਹ ਆ ਵੀ ਜੇ ਉਹਦੇ 'ਚ ਪ੍ਰੋਪਰ ਇਨਵੈਸਟੀਗੇਸ਼ਨ ਹੋਈ ਹੁੰਦੀ ਤੇ ਸਾਨੂੰ ਬਰਗਾੜੀ ਵਰਗੇ ਕਾਂਡ ਜਿਹੜੇ ਉਹ ਫੇਸ ਨਾ ਕਰਨੇ ਪੈਂਦੇ। ਕਿਉਂ? ਤੁਸੀਂ ਕਿਸੇ ਵੀ ਕ੍ਰਿਮੀਨਲ ਦੀ ਬੈਕਗਰਾਉਂਡ ਲੈ ਲਓ, ਉਹ ਛੋਟੇ ਲੈਵਲ ਤੋਂ ਚੱਲਦੀ ਆ ਤੇ ਹੌਲੀ ਹੌਲੀ ਜਦੋਂ ਉਹਦਾ ਹੌਸਲਾ ਵੱਧਦਾ ਜਾਂਦਾ ਫਿਰ ਉਹ ਉਸ ਲੈਵਲ ਤੇ ਪਹੁੰਚ ਜਾਂਦਾ। ਜਿਸ ਤਰੀਕੇ ਦੇ ਨਾਲ ਤੁਹਾਡੀ ਪਾਰਟੀ ਸੱਤਾ ਦੇ ਵਿੱਚ ਆਈ ਸੀਗੀ, ਜਿਸ ਤਰੀਕੇ ਦੇ ਵਾਅਦੇ ਦਾਅਵੇ ਕੀਤੇ ਗਏ ਸੀ, ਪ੍ਰਗਟ ਸਿੰਘ ਜੀ ਇਮਾਨਦਾਰੀ ਦੇ ਨਾਲ ਦੱਸਿਓ, ਉਹਨਾਂ ਵਾਅਦਿਆਂ ਤੇ ਦਾਅਵਿਆਂ ਤੇ ਖਰੀ ਉਤਰੀ ਤੁਹਾਡੀ ਪਾਰਟੀ? ਮੈਂ ਤਾਂ ਇਨ ਰਾਈਟਿੰਗ ਹੀ 5-6 ਇਸ਼ੂ ਦੇ ਹਟਿਆ, ਹਜੇ ਪੈਂਡਿੰਗ ਹੈਗੇ ਆ, ਸਾਨੂੰ ਕਰਨ ਦੀ ਜ਼ਰੂਰਤ ਹੈਗੀ ਆ। ਜਿਹੜੇ ਨਹੀਂ ਹੋ ਸਕਦੇ ਸਾਨੂੰ ਉਹ ਵੀ ਪਬਲਿਕ 'ਚ ਦੱਸਣੇ ਚਾਹੀਦੇ ਆ, ਜਿਹੜੇ ਹੋ ਸਕਦੇ ਉਹ ਸਾਨੂੰ ਕਰਨੇ ਚਾਹੀਦੇ ਆ। ਸਿੱਧੂ ਸਾਹਿਬ ਤੁਹਾਡੇ ਬੜੇ ਕਲੋਜ਼ ਨੇ, ਤੁਹਾਡੇ ਮਿੱਤਰ ਵੀ ਨੇ, ਗੱਲਬਾਤ ਵੀ ਹੁੰਦੀ ਹੋਵੇਗੀ ਉਹਨਾਂ ਨਾਲ? ਮੈਂ ਕੱਲ੍ਹ ਹੀ ਇਕੱਠੇ ਸੀਗੇ, ਅਸੀਂ ਬ੍ਰੇਕਫਾਸਟ ਇਕੱਠਿਆ ਕੀਤਾ। ਕਿੱਦਾਂ ਦਾ ਇਸ ਟਾਈਮ ਮੂਡ ਕਿੱਦਾਂ ਦਾ ਸਿੱਧੂ ਸਾਹਿਬ ਦਾ? ਕਿਉਂਕਿ ਨਜ਼ਰ ਤਾਂ ਘੱਟ ਆਉਂਦੇ ਨੇ, ਮੀਡੀਆ ਦੇ ਵਿੱਚ ਵੀ ਨਹੀਂ ਆ ਰਹੇ ਨੇ, ਤੁਹਾਡੇ ਨਾਲ ਕਿੱਦਾਂ ਦੀ ਗੱਲਬਾਤ ਹੁੰਦੀ ਹੈ ਜਾਣਦਾ? ਬਹੁਤ ਪੋਜ਼ਿਟਿਵ ਹੁੰਦੀ ਹੈ, ਮੈਡੀਟੇਸ਼ਨ ਵਗੈਰਾ ਕਰਦਾ ਹੈਗਾ, ਤੇ ਬਾਕੀ ਹੋਰ ਕੋਈ ਪੋਲੀਟੀਕਲ ਲੰਮੀ ਚੌੜੀ ਗੱਲ ਨਹੀਂ ਹੋਈ। ਪੋਲੀਟੀਕਲ ਪਲਾਨ ਕੋਈ ਅੱਗੇ ਦਾ, ਕੋਈ ਡਿਸਕਸ਼ਨ ਕੋਈ ਇਸ ਮੁੱਦੇ ਤੇ? ਕੋਈ ਬਹੁਤੀ ਡਿਸਕਸ਼ਨ ਨਹੀਂ ਹੋਈ, ਅਸੀਂ ਤਾਂ ਸਪੋਰਟਸ ਵਾਲਾ ਐਂਗਲ ਥੋੜ੍ਹਾ ਜਿਹਾ ਵੱਧ ਰੱਖੀਦਾ। ਗੱਲਬਾਤ ਕਰਨ ਲਈ ਪ੍ਰਗਟ ਸਿੰਘ ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਜੀ, ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਆਪਣੀ ਗੱਲਬਾਤ ਵੀ ਰੱਖੀ ਹੈ। ਕਈ ਵਾਰ ਸੀਐਮ ਸਾਹਿਬ ਨੂੰ ਚਿੱਠੀਆਂ ਵੀ ਲਿਖੀਆਂ ਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ। ਇੱਕ ਸੀਕੁਐਂਸ ਦੀ ਗੱਲ ਕੀਤੀ ਗਈ ਹੈ ਵੀ ਜੇਕਰ ਇਹਨਾਂ ਕੜੀਆਂ ਨੂੰ ਜੋੜ ਕੇ ਲਗਾਤਾਰ ਦੇਖਿਆ ਜਾਵੇ ਤਾਂ ਜਿਹੜਾ ਬੇਅਦਬੀਆਂ ਹੋਈਆਂ ਨੇ, ਜੋ ਵੀ ਪੰਜਾਬ ਦੇ ਵਿੱਚ ਇਹ ਘਟਨਾਵਾਂ ਹੋਈਆਂ, ਉਹਨਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਹੀ ਜ਼ਿੰਮੇਵਾਰ ਹੈ। ਇਸ ਤਰੀਕੇ ਦੇ ਇਲਜ਼ਾਮ ਪ੍ਰਗਟ ਸਿੰਘ ਦੇ ਵੱਲੋਂ ਲਾਏ ਨੇ ਔਰ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਆਪਣੀ ਸਰਕਾਰ ਦੇ ਉੱਤੇ ਵੀ ਅਜਿਹੇ ਸਵਾਲ ਕੀਤੇ ਨੇ ਵੀ ਜੇਕਰ ਸਰਕਾਰ ਨੇ ਰਹਿੰਦੇ ਸਮੇਂ ਦੇ ਵਿੱਚ ਜਿਹੜੇ ਵਾਅਦੇ ਜਾਂ ਦਾਅਵੇ ਪੂਰੇ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਵੀ ਇਸ ਵਾਅਦਿਆਂ ਤੇ ਦਾਅਵਿਆਂ ਦੇ ਵਫਾ ਨਾ ਹੋਣ ਕਰਕੇ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਫਿਲਹਾਲ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਜਲੰਧਰ।